ਸੋ एवरीवन ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਡੇਲੀ ਬੇਸ ਦੇ ਉੱਤੇ ਪੰਜਾਬੀ ਗ੍ਰਾਮਰ ਦੇ ਡਿਫਰੈਂਟ ਟੌਪਿਕਸ ਨੂੰ ਪੂਰੀ ਡਿਟੇਲ ਦੇ ਨਾਲ ਕਰ ਰਹੇ ਹਾਂ। ਸੋ ਆਪਣਾ ਅੱਜ ਨੈਕਸਟ ਟੌਪਿਕ ਹੈ, ਹੋਪਫੁਲੀ ਤੁਸੀਂ ਸਾਰੇ ਉਹਨਾਂ ਲੈਕਚਰਸ ਨੂੰ ਪੂਰੀ ਡਿਟੇਲ ਦੇ ਨਾਲ ਦੇਖ ਰਹੇ ਹੋਵੋਗੇ ਤੇ ਉਸ ਲੈਕਚਰ ਨੂੰ ਪਲੀਜ਼ ਲਾਈਕ ਐਂਡ ਸ਼ੇਅਰ ਕਰ ਦਿਓ ਅਗਰ ਤੁਹਾਨੂੰ ਵਧੀਆ ਲੱਗਿਆ ਹੈ ਲੈਕਚਰ। ਤੇ ਆਪਣਾ ਜੋ ਵੀ ਫੀਡਬੈਕ ਹੈ ਆਪਣਾ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਕਿ ਕਿਸ ਤਰੀਕੇ ਦੇ ਤੁਹਾਨੂੰ ਲੈਕਚਰ ਲੱਗ ਰਹੇ ਨੇ, ਐਸ ਵੈਲ ਐਜ਼ ਅਗਰ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਸੋ ਆਪਾਂ ਹਰ ਇੱਕ ਟੌਪਿਕ ਨੂੰ ਪੂਰੀ ਡਿਟੇਲ ਦੇ ਨਾਲ ਕਰ ਰਹੇ ਹਾਂ। ਫਰਸਟਲੀ ਆਪਾਂ ਥਿਊਰੀ ਨੂੰ ਡਿਸਕਸ ਕਰਦੇ ਹਾਂ, ਆਫਟਰ ਦੈਟ ਉਹਦੇ ਐਮਸੀਕਿਊਜ਼ ਨੂੰ ਡਿਸਕਸ ਕਰਦੇ ਹਾਂ। ਮੈਂ ਡੇਲੀ ਬੇਸ ਦੇ ਉੱਤੇ ਇਹੀ ਗੱਲ ਕਹਿੰਦੀ ਹਾਂ ਕਿ ਦੇਖੋ ਕੋਈ ਵੀ ਸਬਜੈਕਟ ਹੈ, ਕਿਸੇ ਵੀ ਅਗਰ ਤੁਸੀਂ ਕੰਪੀਟੀਟਿਵ ਐਗਜ਼ਾਮਸ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਕਿਸੇ ਵੀ ਸਬਜੈਕਟ ਨੂੰ ਪੜ੍ਹਨ ਦਾ ਸਭ ਤੋਂ ਅੱਛਾ ਤਰੀਕਾ ਇਹੀ ਹੈ ਕਿ ਫਰਸਟਲੀ ਤੁਸੀਂ ਉਸਦੀ ਥਿਓਰੀ, ਆਫਟਰ ਦੈਟ ਉਹਦੇ ਐਮਸੀਕਿਊ ਕਰੋ, ਬਿਕਾਜ਼ ਤੁਹਾਨੂੰ ਪਤਾ ਲੱਗ ਜਾਏਗਾ ਕਿ ਥਿਓਰੀ ਦੇ ਵਿੱਚ ਐਗਜ਼ਾਮੀਨਰ एग्जाम ਦੇ ਵਿੱਚ ਕੁਐਸਚਨ ਕਿਸ ਤਰੀਕੇ ਦੇ ਪੁੱਟ ਕਰਦੇ ਆ। ਆਲਰੇਡੀ ਆਪਾਂ ਬਹੁਤ ਸਾਰੇ ਟੌਪਿਕਸ ਨੂੰ ਡਿਸਕਸ ਕਰ ਚੁੱਕੇ ਹਾਂ, ਜਿਵੇਂ ਨਾਮ ਕੀ ਹੁੰਦਾ ਹੈ, ਪੜਨਾਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ। ਕੱਲ ਆਪਾਂ ਟੌਪਿਕ ਡਿਸਕਸ ਕੀਤਾ ਸੰਬੰਧਕ। ਸੋ ਥੋੜਾ ਜਿਹਾ ਮਿਲਦਾ ਜੁਲਦਾ ਹੀ ਸੰਬੰਧਕ ਦੇ ਨਾਲ ਮਿਲਦਾ ਜੁਲਦਾ ਹੀ ਅੱਜ ਆਪਾਂ ਟੌਪਿਕ ਡਿਸਕਸ ਕਰਾਂਗੇ ਯੋਜਕ, ਕਿ ਯੋਜਕ ਕੀ ਹੁੰਦਾ ਹੈ, ਕਿੰਨੇ ਪ੍ਰਕਾਰ ਦਾ ਹੁੰਦਾ ਹੈ ਤੇ ਕਿੰਨਾਂ ਚੀਜ਼ਾਂ ਤੋਂ ਸਾਨੂੰ ਯੋਜਕ ਦੀ ਪਛਾਣ ਆਉਂਦੀ ਹੈ। ਮੋਸਟ ਆਫ ਬੱਚੇ ਇਹਨਾਂ ਚੀਜ਼ਾਂ ਦੇ ਵਿੱਚ ਦੋ ਟੌਪਿਕਸ ਦੇ ਵਿੱਚ ਬਹੁਤ ਕਨਫਿਊਜ਼ ਹੁੰਦੇ ਨੇ, ਸੰਬੰਧਕ ਤੇ ਯੋਜਕ। ਸੋ ਤੁਸੀਂ ਅੱਜ ਦਾ ਲੈਕਚਰ ਦੇਖੋਗੇ ਤੇ ਕੱਲ ਦਾ ਲੈਕਚਰ ਦੇਖੋਗੇ ਤਾਂ ਤੁਹਾਨੂੰ ਦੋਨਾਂ ਲੈਕਚਰਸ ਦੇ ਵਿੱਚ ਡਿਫਰੈਂਸ ਪਤਾ ਲੱਗ ਜਾਏਗਾ ਕਿ ਯੋਜਕ ਤੇ ਸੰਬੰਧਕ ਦੇ ਵਿੱਚ ਡਿਫਰੈਂਸ ਹੈ ਕੀ ਹੈ। ਸੋ ਲੈਟਸ ਸਟਾਰਟ। ਆਪਾਂ ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ। ਫਰਸਟਲੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਯੋਜਕ ਹੁੰਦਾ ਕੀ ਹੈ। ਕੱਲ ਆਪਾਂ ਸੰਬੰਧਕ ਬਾਰੇ ਪੜ੍ਹਿਆ ਕਿ ਸੰਬੰਧਕ ਉਹ ਸ਼ਬਦ ਹੁੰਦੇ ਹਨ ਜੋ ਵਾਕ ਦੇ ਪਿੱਛੇ ਲੱਗ ਕੇ ਵਾਕ ਦੇ ਅਗਲੇ ਸ਼ਬਦਾਂ ਦਾ ਸੰਬੰਧ ਵਾਕ ਦੇ ਦੂਸਰੇ ਸ਼ਬਦਾਂ ਦੇ ਨਾਲ ਕਰਵਾਉਣ, ਉਹਨਾਂ ਨੂੰ ਕੀ ਕਹਿੰਦੇ ਨੇ, ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ। ਔਨ ਦਾ ਅਦਰ ਹੈਂਡ ਅਗਰ ਆਪਾਂ ਗੱਲ ਕਰੀਏ ਯੋਜਕ ਕੀ ਹੁੰਦਾ ਹੈ, ਕਹਿੰਦੇ ਯੋਜਕ ਸ਼ਬਦ ਦਾ ਜੋ ਅਰਥ ਹੈ ਉਹਦਾ ਅਰਥ ਕੀ ਹੁੰਦਾ ਹੈ, ਜੋੜਨਾ। ਮਤਲਬ ਯੋਜਕ ਦਾ ਅਗਰ ਮੀਨਿੰਗ ਦੇਖਿਆ ਜਾਵੇ ਤਾਂ ਉਹਦਾ ਮਤਲਬ ਕੀ ਹੁੰਦਾ ਹੈ, ਕਿਸੇ ਚੀਜ਼ ਨੂੰ ਜੋੜਨਾ। ਬਟ ਅਗਰ ਡੈਫੀਨੇਸ਼ਨ ਬੇਸ ਦੇ ਉੱਤੇ ਦੇਖਿਆ ਜਾਵੇ, ਕਹਿੰਦੇ ਜਿਹੜਾ ਸ਼ਬਦ ਦੋ ਸ਼ਬਦਾਂ ਜਾਂ ਵਾਕੰਸ਼ਾਂ ਜਾਂ ਕਿਸੇ ਵਾਕ ਨੂੰ ਜੋੜੇ, ਪੂਰੇ ਇੱਕ ਵਾਕ ਨੂੰ ਜਿਹੜੇ, ਕਹਿੰਦੇ ਉਹ ਸ਼ਬਦ ਜੋ ਦੋ ਸ਼ਬਦਾਂ ਜਾਂ ਕਿਸੇ ਦੋ ਵਾਕਾਂ ਨੂੰ ਜੋੜਨ, ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਤੱਤੇ ਨੂੰ ਲਾਵਾਂ ਤੇ ਅਤੇ ਪਰ, ਕਿਉਂਕਿ। ਦੇਖੋ ਫੋਰ ਐਗਜ਼ਾਮਪਲ ਆਪਾਂ ਦੇਖ ਲੈਂਦੇ ਹਾਂ, ਮੈਂ ਅਤੇ ਮੇਰਾ ਦੋਸਤ ਕਿੱਥੇ ਗਏ, ਚੰਡੀਗੜ੍ਹ ਗਏ। ਮੈਂ ਅਤੇ ਮੇਰਾ ਦੋਸਤ ਚੰਡੀਗੜ੍ਹ ਗਏ। ਮੈਂ ਤਾਂ ਘਰ ਸੀ ਪਰ ਮੇਰੇ ਫਾਦਰ ਬਾਹਰ ਸਨ। ਮੈਂ ਇੱਥੇ ਇਸ ਕਰਕੇ ਨਹੀਂ ਆਇਆ ਕਿਉਂਕਿ ਕੱਲ ਮੈਂ ਬਿਮਾਰ ਸੀ। ਸੋ ਇਹ ਕੀ ਨੇ, ਉਹ ਸ਼ਬਦ ਜਿਹੜੇ ਦੋ ਜਾਂ ਤਾਂ ਦੋ ਸ਼ਬਦਾਂ ਨੂੰ ਜਾਂ ਫਿਰ ਦੋ ਪ੍ਰੋਪਰ ਵਾਕਾਂ ਨੂੰ ਆਪਸ ਦੇ ਵਿੱਚ ਜੋੜਨ, ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਆਪਣੇ ਕੋਲ ਦਿੱਤੀ ਹੋਈ ਹੈ, ਉਦਾਹਰਨ ਦੇਖ ਲਓ, ਕਹਿੰਦੇ ਬਲਕਾਰ ਤੇ ਹਰਮਨ ਖੇਡ ਰਹੇ ਹਨ। ਦੇਖੇ ਦੋ ਸ਼ਬਦਾਂ ਨੂੰ ਇੱਥੇ ਜੋੜਿਆ ਹੋਇਆ ਹੈ। ਇੱਥੇ ਕੀ ਯੋਜਕ ਨੇ, ਦੋ ਸ਼ਬਦਾਂ ਨੂੰ ਜੋੜਿਆ ਹੋਇਆ, ਇੱਕ ਬਲਕਾਰ ਤੇ ਇੱਕ ਹਰਮਨ। ਇਸ ਨੂੰ ਜੋੜਿਆ ਯੋਜਕ ਸ਼ਬਦ ਤੱਤੇ ਨੂੰ ਲਾਵਾਂ ਤੇ ਨੇ, ਕਿ ਬਲਕਾਰ ਤੇ ਹਰਮਨ ਖੇਡ ਰਹੇ ਹਨ। ਨੈਕਸਟ ਐਗਜ਼ਾਮਪਲ ਅਗਰ ਅਬਜ਼ਰਵ ਕਰੋਗੇ ਕੀ ਹੈ, ਕਹਿੰਦੇ ਮੈਂ ਸ਼ਹਿਰ ਜਾਣਾ ਸੀ ਪਰ ਮੀਂਹ ਪੈ ਗਿਆ। ਇੱਥੇ ਦੋ ਵਾਕਾਂ ਨੂੰ ਜੋੜਿਆ ਹੋਇਆ, ਇੱਥੋਂ ਕੱਟ ਦੋ, ਮੈਂ ਸ਼ਹਿਰ ਜਾਣਾ ਸੀ, ਮੀਂਹ ਪੈ ਗਿਆ। ਦੋ ਵਾਕਾਂ ਨੂੰ ਕਿਸਨੇ ਜੋੜਿਆ ਹੋਇਆ, ਯੋਜਕ ਪੱਪੇ ਨੂੰ ਲਾਵਾਂ ਪੱਪਾ ਰਾਰਾ ਪਰ ਯੋਜਕ ਨੇ ਦੋ ਵਾਕਾਂ ਨੂੰ ਜੋੜਿਆ। ਉੱਪਰ ਤੱਤੇ ਨੂੰ ਲਾਵਾਂ ਤੇ ਯੋਜਕ ਨੇ ਦੋ ਸ਼ਬਦਾਂ ਨੂੰ ਜੋੜਿਆ ਹੋਇਆ। ਹੁਣ ਆਪਾਂ ਦੇਖਾਂਗੇ ਕਿ ਯੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ। ਅਗਰ ਤੁਸੀਂ ਦੇਖ ਰਹੇ ਹੋ, ਕਹਿੰਦੇ ਕਾਰਜ ਦੇ ਆਧਾਰ ਤੇ ਯੋਜਕ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਕਾਰਜ ਕੀ ਹੁੰਦਾ ਹੈ, ਕੰਮ ਦੇ ਆਧਾਰ ਤੇ। ਕਾਰਜ ਦੇ ਆਧਾਰ ਤੇ ਯੋਜਕ ਨੂੰ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ। ਕਿਹੜੇ ਕਿਹੜੇ, ਇੱਕ ਸਮਾਨ ਯੋਜਕ ਤੇ ਇੱਕ ਅਧੀਨ ਯੋਜਕ। ਹੁਣ ਆਪਾਂ ਦੇਖਾਂਗੇ ਕਿ ਸਮਾਨ ਯੋਜਕ ਤੇ ਅਧੀਨ ਯੋਜਕ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ। ਪਹਿਲਾਂ ਆਪਾਂ ਗੱਲ ਪੜਾਂਗੇ, ਗੱਲਬਾਤ ਕਰਦੇ ਸਮਾਨ ਯੋਜਕ ਦੀ। ਦੇਖੋ ਜਦੋਂ ਵਰਡ ਹੀ ਪੜ੍ਹ ਲਿਆ, ਜਦੋਂ ਅਸੀਂ ਸ਼ਬਦ ਪੜਿਆ ਸਮਾਨ, ਤਾਂ ਉਸ ਤੋਂ ਹੀ ਪਤਾ ਲੱਗ ਗਿਆ ਕੁਛ ਕਿਸੇ ਇਕੁਅਲ ਚੀਜ਼ ਦੀ ਗੱਲ ਕੀਤੀ ਹੋਏਗੀ। ਸੋ ਸਮਾਨ ਯੋਜਕ ਕੀ ਹੁੰਦਾ ਹੈ, ਕਹਿੰਦੇ ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਸ਼ਬਦਾਂ ਵਾਕੰਸ਼ਾਂ ਵਾਕਾਂ ਨੂੰ ਜੋੜਨ, ਉਹਨਾਂ ਨੂੰ ਸਮਾਨ ਯੋਜਕ ਕਹਿੰਦੇ ਨੇ।
ਕਹਿੰਦੇ ਉਹ ਸ਼ਬਦ ਜਿਹੜੇ ਇਕੁਅਲ ਕੁਆਂਟਿਟੀ ਜਾਂ ਇਕੁਅਲ ਇੱਕ ਸਮਾਨਤਾ ਬਰਾਬਰਤਾ ਵਾਲੇ ਦੋ ਸ਼ਬਦਾਂ ਨੂੰ, ਦੋ ਵਾਕਾਂ ਨੂੰ ਜਾਂ ਦੋ ਵਾਕ ਅੰਸ਼ਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸਮਾਨਯੋਜਕ। ਫੋਰ ਐਗਜ਼ਾਮਪਲ, ਜਿਵੇਂ ਹਰਜੀਤ ਤੇ ਹਰਦੀਪ ਮਿੱਤਰ ਹਨ। ਦੇਖੋ ਹਰਜੀਤ ਵੀ ਇੱਕ ਨਾਮ ਹੈ ਤੇ ਹਰਦੀਪ ਵੀ ਇੱਕ ਨਾਮ ਹੈ, ਦੋਨੋਂ ਕੀ ਨੇ? ਸਮਾਨ ਸ਼ਬਦ ਨੇ। ਉਹਨਾਂ ਨੂੰ ਜੋੜਨ ਦੇ ਲਈ ਜੋ ਵਰਤਿਆ ਗਿਆ ਹੈ ਅਤੇ ਉਹ ਕੀ ਹੈ? ਇੱਕ ਸਮਾਨ ਯੋਜਕ ਹੈ। ਨੈਕਸਟ ਹੈ, ਕਹਿੰਦੇ ਉਹ ਅਮੀਰ ਨਹੀਂ ਸਗੋਂ ਇਮਾਨਦਾਰ ਵੀ ਹੈ। ਠੀਕ ਹੈ, ਦੇਖੋ ਦੋਨਾਂ ਦੀ ਕੁਆਂਟਿਟੀ ਸੇਮ ਹੈ। ਉਹ ਅਮੀਰ ਨਹੀਂ, ਇੱਕ ਹੀ ਬੰਦੇ ਦੀ ਗੱਲ ਕੀਤੀ ਹੋਈ ਹੈ, ਕਹਿੰਦੇ ਉਹ ਅਮੀਰ ਨਹੀਂ ਸਗੋਂ ਇਮਾਨਦਾਰ ਵੀ ਹੈ। ਇੱਕ ਹੀ ਬੰਦੇ ਦੀ ਗੱਲ ਕੀਤੀ ਹੋਈ ਹੈ, ਇਕੁਅਲ ਮਤਲਬ ਕੁਆਂਟਿਟੀ ਦੇ ਦੋ ਵਾਕ ਨੇ ਜਿਨ੍ਹਾਂ ਨੂੰ ਜੋੜਿਆ ਗਿਆ ਹੈ ਯੋਜਕ ਸਗੋਂ ਦੇ ਨਾਲ। ਕਹਿੰਦੇ ਉਹ ਅਮੀਰ ਨਹੀਂ ਸਗੋਂ ਇਮਾਨਦਾਰ ਵੀ ਹੈ। ਹੁਣ ਅੱਗੇ ਗੱਲ ਕਰਦੇ ਹਾਂ ਅਗਰ ਸਮਾਨ ਯੋਜਕ ਦੀ, ਤਾਂ ਸਮਾਨ ਯੋਜਕ ਨੂੰ ਵੀ ਅੱਗੇ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਕਿਹੜੇ ਕਿਹੜੇ ਉਹ ਚਾਰ ਭਾਗ ਨੇ ਜਿਨ੍ਹਾਂ ਦੇ ਵਿੱਚ ਸਮਾਨ ਯੋਜਕ ਨੂੰ ਵੰਡਿਆ ਗਿਆ ਹੈ? ਪਹਿਲਾ ਸਮੁੱਚੀ ਸਮਾਨ ਯੋਜਕ, ਵਿਕਲਪੀ ਸਮਾਨ ਯੋਜਕ, ਤੀਸਰਾ ਹੈ ਜੀ ਨਿਖੇਧੀ ਸਮਾਨ ਯੋਜਕ ਤੇ ਚੌਥਾ ਹੈ ਕਾਰਜ ਬੋਧਕ ਸਮਾਨ ਯੋਜਕ। ਫਸਟਲੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਬਾਕੀ ਆਪਾਂ ਕੱਲੇ ਨੂੰ ਡਿਸਕਸ ਕਰਾਂਗੇ। ਫਸਟਲੀ ਆਪਾਂ ਗੱਲ ਕਰਦੇ ਹਾਂ ਆਪਣੀ ਸਮੁੱਚੀ ਸਮਾਨ ਯੋਜਕ ਦੀ ਕਿ ਸਮੁੱਚੀ ਸਮਾਨ ਯੋਜਕ ਹੁੰਦਾ ਕੀ ਹੈ? ਸਮਾਨ ਦਾ ਮਤਲਬ ਇਕੁਅਲ ਵੇਟੇਜ, ਸਮੁੱਚੀ ਕੀ ਹੋਏਗਾ? ਪੂਰੇ ਤਰੀਕੇ ਦੇ ਨਾਲ ਇਕੁਅਲ। ਕਹਿੰਦੇ ਜਿਹੜੇ ਸਮਾਨ ਯੋਜਕ ਦੋ ਸੁਤੰਤਰ ਵਾਕਾਂ ਜਾਂ ਸਮਾਨ ਉਪਵਾਕਾਂ ਨੂੰ ਸਧਾਰਨ ਰੂਪ ਵਿੱਚ ਜੋੜ ਕੇ ਸਮੁੱਚਾ ਭਾਗ ਪ੍ਰਗਟ ਕਰਨ। ਕਹਿੰਦੇ ਸਮੁੱਚੀ ਯੋਜਕ ਕੀ ਹੁੰਦੇ ਨੇ? ਕਹਿੰਦੇ ਉਹ ਸਮਾਨ ਯੋਜਕ, ਉਹ ਵਾਲੇ ਸਮਾਨ ਯੋਜਕ ਜਿਹੜੇ ਦੋ ਸੁਤੰਤਰ ਵਾਕਾਂ ਜਾਂ ਸਮਾਨ ਉਪਵਾਕਾਂ ਨੂੰ ਸਧਾਰਨ ਰੂਪ ਦੇ ਵਿੱਚ ਆਪਸ ਵਿੱਚ ਜੋੜਦੇ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸਮੁੱਚੀ ਸਮਾਨ ਯੋਜਕ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ, ਕਹਿੰਦੇ ਰਾਜੀਵ ਨਾ ਕੇਵਲ ਤਾਕਤਵਰ ਹੈ ਸਗੋਂ ਮਿਹਨਤੀ ਵੀ ਹੈ। ਕਹਿਣ ਦਾ ਭਾਵ ਇੱਕ ਹੀ ਬੰਦੇ ਦੀ ਗੱਲ ਕੀਤੀ ਗਈ ਹੈ, ਦੋਨੋਂ ਹੀ ਸੁਤੰਤਰ ਵਾਕ ਨੇ। ਜਿਵੇਂ ਰਾਜੀਵ ਨਾ ਕੇਵਲ ਤਾਕਤਵਰ ਹੈ, ਠੀਕ ਹੈ, ਬਸ ਇੰਨਾ ਕੁ ਲਿਖ ਦੋ। ਰਾਜੀਵ ਨਾ ਕੇਵਲ ਤਾਕਤਵਰ ਹੈ ਸਗੋਂ ਮਿਹਨਤੀ ਵੀ ਹੈ। ਇੱਕ ਹੀ ਬੰਦੇ ਦੀ ਸਮਾਨਤਾ ਦੀ ਗੱਲ ਕੀਤੀ ਗਈ ਹੈ, ਉਸ ਨੂੰ ਸਮੁੱਚੀ ਸਮਾਨ ਯੋਜਕ ਕਵਾਂਗੇ। ਜਿਵੇਂ ਰਚਨਾ ਤੇ ਰੀਟਾ ਸਹੇਲੀਆਂ ਹਨ, ਉਹੀ ਸਿੰਪਲੀ ਜੋ ਆਪਾਂ ਨੇ ਸਮਾਨ ਯੋਜਕ ਦੀ ਗੱਲ ਕੀਤੀ ਹੈ ਉਸ ਨੂੰ ਹੀ ਇੱਕ ਨਾਮ ਦੇਤਾ ਹੈ। ਨੈਕਸਟ ਹੈ ਜੀ ਸਾਡਾ ਵਿਕਲਪੀ ਸਮਾਨ ਯੋਜਕ। ਹੁਣ ਆਪਾਂ ਦੇਖਾਂਗੇ ਕਿ ਵਿਕਲਪੀ ਸਮਾਨ ਯੋਜਕ ਕੀ ਹੈ। ਕਹਿੰਦੇ ਜਿਹੜੇ ਸ਼ਬਦ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਜਿਨ੍ਹਾਂ ਤੇ ਉਹਨਾਂ ਦੇ ਵਟਾਂਦਰੇ ਦਾ ਭਾਵ ਪ੍ਰਗਟ ਹੋਵੇ। ਕਹਿੰਦੇ ਉਹ ਸ਼ਬਦ, ਕਹਿੰਦੇ ਉਹ ਯੋਜਕ ਸ਼ਬਦ ਜਿਹੜੇ ਕਿਸੇ ਉਹ ਦੋ ਵਾਕਾਂ ਨੂੰ ਜੋੜਨ ਜਿਨ੍ਹਾਂ ਦੇ ਵਿੱਚ ਉਹਨਾਂ ਦੋਨਾਂ ਦੇ ਵਟਾਂਦਰੇ ਦਾ, ਇੱਕ ਦੂਜੇ ਤੋਂ ਅਲੱਗਤਾ ਦਾ ਭਾਵ ਪ੍ਰਗਟ ਹੋਵੇ, ਉਹਨਾਂ ਨੂੰ ਵਿਕਲਪੀ ਸਮਾਨ ਯੋਜਕ ਕਿਹਾ ਜਾਂਦਾ ਹੈ। ਦੇਖੋ ਉਹਨਾਂ ਸ਼ਬਦਾਂ ਦੀ, ਉਹਨਾਂ ਵਾਕਾਂ ਦੀ ਵੇਟੇਜ ਤਾਂ ਸੇਮ ਹੋਵੇ, ਸਮਾਨਤਾ ਹੋਵੇ, ਬਟ ਉਹਨਾਂ ਦੀ ਇੱਕ ਆਪੋਜੀਸ਼ਨ ਦੀ ਭਾਵਨਾ ਜੋ ਪੈਦਾ ਹੁੰਦੀ ਹੋਵੇ, ਉਸ ਨੂੰ ਕੀ ਕਿਹਾ ਜਾਂਦਾ ਹੈ? ਵਿਕਲਪੀ ਸਮਾਨ ਯੋਜਕ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ, ਕਹਿੰਦੇ ਚਾਹੇ ਤੂੰ ਚਾਹ ਪੀ ਤੇ ਚਾਹੇ ਜੂਸ ਪੀ। ਵਿਕਲਪ ਆ ਗਿਆ, ਵੇਟੇਜ ਸੇਮ ਹੈ, ਪੀਣਾ ਚਾਹ ਜਾਂ ਜੂਸ ਹੈ, ਭਾਵੇਂ ਤੂੰ ਚਾਹ ਪੀ ਚਾਹੇ ਤੂੰ ਕੀ ਹੈ ਜੂਸ ਪੀ। ਨੈਕਸਟ ਹੈ ਇਹ ਕੰਮ ਤੂੰ ਕਰ ਭਾਵੇਂ ਉਹ ਕਰੇ। ਮਤਲਬ ਕਿ ਇੱਕ ਵਿਕਲਪ ਆ ਗਿਆ, ਹੈ ਤਾਂ ਵੇਟੇਜ ਸੇਮ, ਗੱਲਬਾਤ ਸੇਮ ਚੀਜ਼ ਦੀ ਹੋ ਰਹੀ ਹੈ, ਬਟ ਉਹਨਾਂ ਦੇ ਵਿੱਚ ਥੋੜੀ ਜਿਹੀ ਕੀ ਆ ਗਈ ਹੈ? ਥੋੜਾ ਜਿਹਾ ਵਿਕਲਪ ਆ ਗਿਆ। ਚਾਹੇ ਉਹ ਕਰੇ ਚਾਹੇ ਤੂੰ ਕਰ, ਚਾਹੇ ਤੂੰ ਚਾਹ ਪੀ ਚਾਹੇ ਤੂੰ ਪਾਣੀ ਪੀ, ਉਹਨਾਂ ਨੂੰ ਕਿਹਾ ਜਾਂਦਾ ਹੈ ਵਿਕਲਪੀ ਸਮਾਨ ਯੋਜਕ। ਨੈਕਸਟ ਹੈ ਜੀ ਸਾਡਾ ਨਿਖੇਧੀ ਸਮਾਨ ਯੋਜਕ। ਕੀ ਹੁੰਦਾ ਹੈ? ਤੀਸਰੀ ਟਾਈਪ ਹੈ ਸਮਾਨ ਯੋਜਕ ਦੀ ਨਿਖੇਧੀ ਸਮਾਨ ਯੋਜਕ। ਕਹਿੰਦੇ ਜਿਹੜੇ ਸ਼ਬਦ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਜਿਨ੍ਹਾਂ ਤੋਂ ਉਹਨਾਂ ਦਾ ਆਪਸੀ ਟਕਰਾਅ ਹੋਵੇ। ਦੇਖੋ ਨਿਖੇਧੀ ਦਾ ਮਤਲਬ ਹੀ ਕੀ ਹੋ ਗਿਆ? ਨਿਖੇਧੀ ਦਾ ਮਤਲਬ ਹੀ ਇੱਕ ਟਕਰਾਅ ਹੋ ਗਿਆ। ਕਹਿੰਦੇ ਉਹ ਦੋ ਸੁਤੰਤਰ ਵਾਕਾਂ ਨੂੰ ਜੋੜਿਆ ਜਾਵੇ ਜਿਨ੍ਹਾਂ ਤੋਂ ਉਹਨਾਂ ਵਾਕਾਂ ਦਾ ਆਪਸੀ ਟਕਰਾਅ, ਨਿਖੇਧੀ ਜਾਂ ਵਿਰੋਧ ਪ੍ਰਗਟ ਹੋਵੇ, ਉਸ ਨੂੰ ਨਿਖੇਧੀ ਸਮਾਨ ਯੋਜਕ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ, ਕਹਿੰਦੇ ਦੀਪਕ ਪਤਲਾ ਹੈ ਪਰ ਤਾਕਤਵਰ ਹੈ। ਠੀਕ ਹੈ, ਨਿਖੇਧੀ ਹੋਗੀ ਨਾ, ਹੈ ਤਾਂ ਪਤਲਾ ਪਰ ਉਹਦੀ ਆਪੋਜੀਸ਼ਨ ਚੀਜ਼ ਕੀ ਹੋਗੀ? ਪਰ ਉਹ ਤਾਕਤਵਰ ਹੈ। ਕਹਿੰਦੇ ਕਰਤਾਰ ਛੋਟਾ ਹੈ ਪਰੰਤੂ ਕਮਜ਼ੋਰ ਨਹੀਂ ਹੈ। ਠੀਕ ਹੈ, ਕਹਿੰਦੇ ਹੈ ਤਾਂ ਛੋਟਾ ਪਰੰਤੂ ਕਮਜ਼ੋਰ ਨਹੀਂ ਹੈ। ਮਤਲਬ ਦੋਨੋਂ ਵਾਕ ਕੀ ਹੋ ਗਏ?
थोड़े एक दूजे तो ऑपोजिट हो गए। ठीक है, वेटेज सेम है बट एक दूजे की ऑपोजिशन शो कर रहे हैं। नैक्सट है जी साडा कारज बोधक समानयोजक। हुण कारण बोधक समानयोजक की हुंदा है, कहते जो समानयोजक दो अजिहे सुतंत्र वाकां नूं जोड़न कि एक वाक कारण प्रगट करे ते दूजा कारज प्रगट करे। कहण दा भाव कहंदे एक वाक तां इह दसे कि इस काम नूं करन दा कारण की है ते दूसरा वाक उस काम बारे दसे, उसनूं कारज बोधक समानयोजक कहा जाता है। फॉर एग्जाम्पल, मैनू किरपाल ते विश्वास नहीं, कहंदा मैनू किरपाल ते विश्वास नहीं, सो तुसी उस नाल सांझ ना ही पावो। ठीक है, कारण यह दसदा कि मैनू उहदे ते विश्वास नहीं है, काम यह दसदा कि तुसी उहदे नाल सांझ ना पावो। कहंदे इस काम च मैनू पहला ही घाटा पिया है, ताइयों मैं ये काम हुण नहीं करांगा। पहला कारण दसदा कि मैनू घाटा पिया, बाद चों दसदा कि हाँ ताई मैं इहदा काम नहीं करांगा। ये की हो गया साडा कारज बोधक समानयोजक। नैक्सट है जी साडा अधीन। देखो आपां दो टाइप्स कीतियां साडे योजक दियां। पहली समानयोजक, वो अगों 4 तरीके दा। हुण दूसरी टाइप है जी अधीन योजक। कहंदे ਜਿਹੜੇ शब्द मिश्रित वाक विच प्रधान उपवाकां नूं आपस विच जोड़न। कहंदे कोई मिश्रित वाक है, ठीक है, कहंदे ਉਹ ਜਿਹੜੇ शब्द मिश्रित वाक विच कोई मिक्स होया एक वाक है, ਉਹਦੇ विच प्रधान उपवाकां नूं आपस विच जोड़न, ਉਹਨਾਂ ਨੂੰ अधीन योजक कहा जाता है। जिवें नहीं तां, क्योंकि, तां जो, जिथे, इसलिए आदि। फॉर एग्जाम्पल, कहंदे कृष्ण जी ने कहा है कि करो फल की इच्छा, कर्म करो फल की इच्छा ना करो। ठीक है, ये दो प्रधान वाकां नूं जोड़ रहे ने। किहड़ियां नूं? कहंदे कृष्ण जी ने कहा है कि कर्म करो फल की इच्छा मत करो। नैक्सट है कहंदे रमन विआह ते नहीं आया क्योंकि वह दिल्ली गया होया है। मतलब कि एक तरीके दा इत्थे की दिता गया है, कहंदे वो एक मिश्रित वाक है, बस एक कंपलैक्स। ठीक है, तुसीं याद रखना इंग्लिश का जो कंपलैक्स सेंटेंस हुंदा है, ठीक है, उहदे विच की हुंदा है प्रधान उपवाक नूं आपस विच जोड़िया जाता है। आ भी प्रधान उपवाक ने जिन्हां नूं आपस दे विच की है जोड़िया गया। वो दिल्ली नहीं गया, मतलब इहदा कल्ले दा है वजूद, वो दिल्ली नहीं गया। ठीक है, इहदा भी कल्ले दा वजूद है। रमन विआह ते नहीं आया, बट ये दोनों दे आपस देखो इसदा भी इस वाक का भी अपना वजूद हैगा। जे इसनूं बिना पिछले वाक तो लिखिया जाए तो एक सेंस बना रहा है कि रमन विआह ते नहीं आया। ठीक है, ये भी कला एक सेंस बना रहा है, वो दिल्ली गया होया है। ठीक है, बट इन्हां दोनों नूं आपस दे विच जो जोड़ रहा है, ये दोनों प्रधान उपवाक ने, इन्हां दी आपस दी, इन्हां दी कल्ले कल्ले दी इंडिविजुअल दी एक सेंस है बनती है, बट इन्हां नूं जोड़िया किस दे नाल जांदा है? अधीन योजक दे नाल जोड़िया जांदा है। नैक्सट है जी अधीन योजक। अगे 7 प्रकार दे ने, 7 नूं डिस्कस कर लैंदे आ। फर्स्ट है जी साडा समान अधिकरण। समान अधिकरण का मतलब की हो गया? इक्वल वेटेज वाला। कहंदे जदों अधीन उपवाक प्रधान उपवाक दे किसी शब्द की व्याख्या करे। ठीक है, कहंदे जदों अधीन उपवाक है जिहड़ा अधीन काम कर रहा है, वो प्रधान उपवाक की व्याख्या करे, एक्सप्लेनेशन करे, तां अजिहे उपवाकां नूं जोड़न वाले अधीन योजक नूं समान अधिकरण योजक कहा जाता है। फॉर एग्जाम्पल, कहंदे अमन तू तां इस तरह कह रहा है जिकर तेनू किसी गल दा पता ही नहीं। मतलब कि यह जो वाक है ये पहले दी एक्सप्लेनेशन दिती हुई है, ते ये एक्सप्लेनेशन नूं वाक दे नाल जोड़न दे लई किस योजक दा वरतों की गई है? समान अधिकरण योजक की वरतों की गई है। नैक्सट है जी साडा कहंदे कारणवाचक। कारण तो उही हो गया कि एक शब्द दूसरे, एक वाक दूसरे दा कारण नूं एक्सप्लेन करे। कहंदे जदों अधीन उपवाक प्रधान उपवाक की किरिया दा कारण दसे, उसनूं की कहा जाता है? कारणवाचक। फॉर एग्जाम्पल, मैं सैर करदा हां इसलिए तंदुरुस्त रहिंदा हां। ठीक है, ये प्रधान वाक सी, इसकी एक्सप्लेनेशन ये दिती है कि मैं सैर करदा तां ही मैं की रहना तंदुरुस्त रहना। तो इसलिए की हो गया? एक कारणवाचक योजक हो गया, अधीन योजक। नैक्सट गल करी जाए, कहंदे फलवाचक। फलवाचक अधीन योजक किहड़ा हुंदा है?
ਕਹਿੰਦੇ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਫਲ ਜਾਂ ਨਤੀਜਾ ਦੱਸੇ। ਦੇਖੋ ਅਧੀਨ ਉਪਵਾਕ ਹੁੰਦਾ ਜਿਹੜਾ ਪਿੱਛੇ ਹੁੰਦਾ ਹੈ, ਠੀਕ ਹੈ, ਤੇ ਆ ਹੈ ਅਧੀਨ ਉਪਵਾਕ, ਆ ਵਾਲਾ ਉਹ ਸੱਚ ਬੋਲ ਰਿਹਾ ਹੈ। ਕਹਿੰਦੇ ਜਦੋਂ ਅਧੀਨ ਉਪਵਾਕ ਅਗਲੇ ਪ੍ਰਧਾਨ ਉਪਵਾਕ ਅਗਲਾ ਹੁੰਦਾ ਹੈ, ਠੀਕ ਹੈ, ਪ੍ਰਧਾਨ ਉਪਵਾਕ ਦੀ ਕੀ ਦੱਸੇ ਫਲ ਜਾਂ ਉਹਦਾ ਰਿਜ਼ਲਟ ਦੱਸੇ ਕੀ ਹੋਇਆ, ਉਸਦੇ ਕਾਰਨ ਰਿਜ਼ਲਟ ਕੀ ਨਿਕਲਿਆ, ਉਸਨੂੰ ਕਿਹਾ ਜਾਂਦਾ ਹੈ ਫਲਵਾਚਕ ਅਧੀਨ ਯੋਜਕ। ਜਿਵੇਂ ਥਾਣੇਦਾਰ ਨੇ ਚੋਰ ਨੂੰ ਇੰਨਾ ਡਰਾਇਆ ਕਿ ਉਹ ਸੱਚ ਬੋਲ ਪਿਆ, ਮਤਲਬ ਆ ਤਾਂ ਹੋ ਗਿਆ ਸਾਡਾ ਪ੍ਰਧਾਨ ਉਪਵਾਕ ਤੇ ਇਹ ਹੋ ਗਿਆ ਸਾਡਾ ਅਧੀਨ ਉਪਵਾਕ। ਉਹ ਹੁਣ ਕਹਿੰਦੇ ਜਦੋਂ ਪ੍ਰਧਾਨ ਉਪਵਾਕ ਅਧੀਨ ਉਪਵਾਕ ਜਿਹੜਾ ਅਧੀਨ ਉਪਵਾਕ ਹੈ ਉਹ ਪ੍ਰਧਾਨ ਉਪਵਾਕ ਦੀ ਰਿਜ਼ਲਟ ਦੱਸੇ ਕਿ ਨਤੀਜਾ ਕੀ ਨਿਕਲ ਰਿਹਾ ਹੈ, ਉਸਨੂੰ ਫਲਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ। ਨੈਕਸਟ ਹੈ ਜੀ ਸਾਡਾ ਕਹਿੰਦੇ ਮੰਤਵਵਾਚਕ। ਮੰਤਵ ਕੀ ਹੁੰਦਾ ਹੈ, ਕਿਸੇ ਕਾਰਨ ਕਰਕੇ ਕੁਝ ਕੀਤਾ ਗਿਆ ਹੋਵੇ। ਕਹਿੰਦੇ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਮੰਤਵ ਦੱਸੇ ਕਿ ਇਸ ਵਜ੍ਹਾ ਨਾਲ ਇਹ ਕਿਰਿਆ ਹੋਈ ਹੈ, ਉਸਨੂੰ ਮੰਤਵਵਾਚਕ ਅਧੀਨਵਾਚਕ। ਹੁਣ ਦੇਖੋ ਇਹ ਕਿਹੜਾ ਵਾਕ ਹੈ, ਇਹ ਹੈ ਜੀ ਸਾਡਾ ਪ੍ਰਧਾਨ ਉਪਵਾਕ। ਕਿਹੜਾ ਹੈ? ਪ੍ਰਧਾਨ ਉਪਵਾਕ। ਤੇ ਪਿਛਲਾ ਉਪਵਾਕ ਕਿਹੜਾ ਹੈ? ਇਹ ਹੈ ਜੀ ਸਾਡਾ ਅਧੀਨ ਉਪਵਾਕ। ਕਹਿੰਦੇ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ ਭਈ ਇਹ ਕਿਉਂ ਵਾਪਰ ਰਹੀ ਹੈ, ਤਾਂ ਉਸਨੂੰ ਕੀ ਕਿਹਾ ਜਾਂਦਾ ਹੈ? ਮੰਤਵਵਾਚਕ। ਫॉर एग्जाम्पल ਕਹਿੰਦੇ ਰਮਨ ਤਾਸ਼ ਖੇਡ ਰਿਹਾ ਹੈ ਤਾਂ ਕਿ ਸਮਾਂ ਚੰਗਾ ਲੰਘ ਸਕੇ। ਕਾਰਨ ਕੀ ਹੈ ਉਹਦੇ ਤਾਸ਼ ਖੇਡਣ ਦਾ? ਕਾਰਨ ਕੀ ਹੈ? ਤਾਂ ਜੋ ਸਮਾਂ ਚੰਗਾ ਲੰਘ ਸਕੇ। ਫਿਰ ਕੀ ਕਿਹਾ ਜਾ ਸਕਦਾ ਕਿ ਅਧੀਨ ਉਪਵਾਕ ਜਦੋਂ ਪ੍ਰਧਾਨ ਉਪਵਾਕ ਦੇ ਮੰਤਵ ਕਾਰਨ ਦਾ ਦੱਸੇ ਤਾਂ ਉਸਨੂੰ ਮੰਤਵਵਾਚਕ ਕਿਹਾ ਜਾਂਦਾ ਹੈ। ਸੋ ਆਪਾਂ ਨੈਕਸਟ ਗੱਲ ਕਰਦੇ ਹਾਂ ਜੀ। ਨੈਕਸਟ ਹੈ ਸਾਡਾ ਸ਼ਰਤਵਾਚਕ। ਠੀਕ ਹੈ, ਸ਼ਰਤਵਾਚਕ ਸਾਡਾ ਅਧੀਨ ਯੋਜਕ ਕੀ ਹੁੰਦਾ ਹੈ? ਕਹਿੰਦੇ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦਾ ਕਾਰਨ ਸ਼ਰਤ ਵਾਂਗ ਦੱਸੇ। ਮਤਲਬ ਜਦੋਂ ਸਾਡਾ ਅਧੀਨ ਉਪਵਾਕ ਕਿਸੇ ਮੁੱਖ ਉਪਵਾਕ ਜਾਂ ਪ੍ਰਧਾਨ ਉਪਵਾਕ ਦੀ ਸ਼ਰਤ ਦੱਸੇ ਕਿ ਇਹ ਕਾਰਨ ਇਸ ਕਰਕੇ ਹੋਇਆ ਹੈ, ਉਸਨੂੰ ਸ਼ਰਤਵਾਚਕ ਕਿਹਾ ਜਾਂਦਾ ਹੈ। ਹੁਣ ਇਹ ਸੀ ਸਾਡਾ ਪ੍ਰਧਾਨ ਉਪਵਾਕ। ਇਹ ਕੀ ਹੈ? ਸਾਡਾ ਪ੍ਰਧਾਨ ਉਪਵਾਕ। ਤੇ ਇਹ ਸਾਡਾ ਸੈਂਟੈਂਸ ਕੀ ਹੈ? ਇਹ ਹੈ ਸਾਡਾ ਅਧੀਨ ਉਪਵਾਕ। ਕਹਿੰਦੇ ਜੋ ਅਧੀਨ ਉਪਵਾਕ ਹੈ ਜਦੋਂ ਪ੍ਰਧਾਨ ਉਪਵਾਕ ਦੀ ਸ਼ਰਤ ਦੱਸੇ ਕਿ ਇਸ ਲਈ ਇਹ ਚੀਜ਼ ਹੋਈ ਹੈ, ਉਸਨੂੰ ਸ਼ਰਤਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ। ਜਿਵੇਂ ਜੇ ਤੁਸੀਂ ਪਾਸ ਹੋਣਾ ਹੈ ਤਾਂ ਬਕਾਇਦਾ ਮਿਹਨਤ ਕਰੋ। ਸ਼ਰਤ ਕੀ ਹੈ ਉਹਦੀ? ਕਿ ਜੇ ਤੁਸੀਂ ਮਿਹਨਤ ਕਰੋਗੇ ਨਾ ਤਾਂ ਹੀ ਪਾਸ ਹੋ ਸਕੋਗੇ। ਨੈਕਸਟ ਹੈ ਕਹਿੰਦੇ ਮਨ ਲਾ ਕੇ ਮਿਹਨਤ ਕਰੋ, ਕਦੀ ਤਾਂ ਫਲ ਜ਼ਰੂਰ ਮਿਲੇਗਾ। ਤਾਂ ਫਲ ਜ਼ਰੂਰ ਮਿਲੇਗਾ, ਇਹ ਸ਼ਰਤ ਹੈ, ਫਲ ਜ਼ਰੂਰ ਮਿਲੇਗਾ, ਮਿਹਨਤ ਮਨ ਲਾ ਕੇ ਕਰੋ। ਠੀਕ ਹੈ ਜੀ। ਸੋ ਇਹ ਹੈ ਜੀ ਸਾਡਾ ਸ਼ਰਤਵਾਚਕ। ਨੈਕਸਟ ਹੈ ਸਾਡਾ ਕਹਿੰਦੇ ਵਿਰੋਧਵਾਚਕ। ਦੇਖੋ ਜਿਹਦੇ ਵਿੱਚ ਅਧੀਨ ਵਾਕ ਪ੍ਰਧਾਨ ਦਾ ਵਿਰੋਧ ਕਰੇ ਉਸਨੂੰ ਕੀ ਕਿਹਾ ਜਾਂਦਾ ਹੈ? ਵਿਰੋਧਵਾਚਕ। ਫॉर एग्जाम्पल ਕਹਿੰਦੇ ਭਾਵੇਂ ਦੀਪਕ ਕਮਜ਼ੋਰ ਹੈ ਪਰ ਡਰਾਕਲ ਨਹੀਂ ਹੈ। ਇਹ ਕੀ ਹੈ? ਇਹਦਾ ਆਪੋਜੀਸ਼ਨ ਹੈ। ਸੋ ਇਸ ਨੂੰ ਵਿਰੋਧਵਾਚਕ ਅਧੀਨ ਕਿਹਾ ਜਾਂਦਾ ਹੈ। ਨੈਕਸਟ ਹੈ ਤੁਲਨਾ। ਜਦੋਂ ਸਾਡੇ ਅਧੀਨ ਉਪਵਾਕ ਦੀ ਸਾਡੇ ਪ੍ਰਧਾਨ ਉਪਵਾਕ ਦੇ ਨਾਲ ਤੁਲਨਾ ਕੀਤੀ ਜਾਵੇ ਉਸਨੂੰ ਤੁਲਨਾਵਾਚਕ ਅਧੀਨਵਾਚਕ ਕਿਹਾ ਜਾਂਦਾ ਹੈ। ਜਿਵੇਂ ਫॉर एग्जाम्पल ਕਹਿੰਦੇ ਬਲਜੀਤ ਸਿੰਘ ਇੰਨਾ ਹਾਜ਼ਰ ਜਵਾਬ ਹੈ ਮਾਨੋ ਬੀਰਬਲ ਹੀ ਲੱਗਦਾ ਹੈ। ਮਤਲਬ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਕੀ ਕੀਤੀ ਗਈ ਹੈ? ਤੁਲਨਾ। ਬਲਜੀਤ ਦੀ ਤੁਲਨਾ ਕੀਤੀ ਗਈ ਹੈ ਬੀਰਬਲ ਦੇ ਨਾਲ। ਨੈਕਸਟ ਹੈ ਕਹਿੰਦੇ ਹਰਭਜਨ ਇੰਨਾ ਹੁਸ਼ਿਆਰ ਹੈ ਮਾਨੋ ਕੰਪਿਊਟਰ ਲੱਗਦਾ ਹੈ। ਕਹਿਣ ਦਾ ਭਾਵ ਹਰਭਜਨ ਦੀ ਤੁਲਨਾ ਕੰਪਿਊਟਰ ਦੇ ਨਾਲ ਕੀਤੀ ਗਈ ਹੈ। ਸੋ ਇਹ ਸਾਡਾ ਸੀ ਜੋ ਯੋਜਕ ਹੈ। ਦੇਖੋ ਯੋਜਕ ਹੁੰਦਾ ਕੀ ਹੈ ਸਮਝ ਆ ਗਿਆ ਹੋਏਗਾ ਹੋਪਫੁਲੀ। ਕਿੰਨੇ ਪ੍ਰਕਾਰ ਦਾ ਹੁੰਦਾ ਹੈ ਯੋਜਕ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਕਿ ਯੋਜਕ ਨੂੰ ਮੇਨਲੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ, ਸਮਾਨ ਯੋਜਕ, ਸੈਕਿੰਡ ਵਨ ਇਜ਼ ਅਧੀਨ ਯੋਜਕ। ਜੋ ਸਮਾਨ ਯੋਜਕ ਹੈ ਉਹਨੂੰ ਅੱਗੇ 4 ਭਾਗਾਂ ਦੇ ਵਿੱਚ, ਜਿੱਤੇ ਜੋ ਅਧੀਨ ਯੋਜਕ ਹੈ ਉਹਨੂੰ ਅੱਗੇ 7 ਭਾਗਾਂ ਦੇ ਵਿੱਚ ਵੰਡਿਆ ਗਿਆ। ਹੁਣ ਆਪਾਂ ਗੱਲ ਕਰਾਂਗੇ ਜੋ ਪਿਛਲੇ ਸਾਲ ਦੇ ਵਿੱਚ ਕੁਝ ਕੁਐਸਚਨਸ ਪੁੱਛੇ ਗਏ ਨੇ। ਪਹਿਲਾ ਕੁਐਸਚਨ ਹੈ ਕਹਿੰਦੇ ਰੂਪ ਦੇ ਆਧਾਰ ਤੇ ਯੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ? ਰੂਪ ਦੇ ਆਧਾਰ ਤੇ ਅਗਰ ਕਾਰਜ ਜਾਂ ਰੂਪ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਯੋਜਕ ਹੁੰਦੇ ਨੇ ਜੀ ਸਾਡੇ 2 ਪ੍ਰਕਾਰ ਦੇ। ਕਿਹੜੇ ਕਿਹੜੇ?
ਸਮਾਨ ਯੋਜਕ ਤੇ ਅਧੀਨ ਯੋਜਕ। ਆਪਸ਼ਨ ਏ ਇਜ਼ ਅ ਰਾਈਟ ਆਂਸਰ। ਨੈਕਸਟ ਹੈ ਜੀ, ਕਹਿੰਦੇ ਵਾਕ ਮੋਹਨ ਅਤੇ ਕਰਮ ਦੋਵੇਂ ਭਰਾ ਹਨ, ਵਿੱਚ ਸਮਾਨ ਯੋਜਕ ਕਿਹੜਾ ਹੈ। ਦੇਖੋ ਯੋਜਕ ਕੀ ਹੁੰਦਾ ਹੈ, ਜਿਹੜਾ ਦੋ ਸ਼ਬਦਾਂ ਨੂੰ ਜੋੜਦਾ ਹੈ। ਠੀਕ ਹੈ, ਯੋਜਕ ਕੀ ਹੁੰਦਾ ਹੈ, ਜਿਹੜਾ ਦੋ ਸਮਾਨ ਸ਼ਬਦਾਂ ਨੂੰ ਜੋੜਦਾ ਹੈ, ਉਸਨੂੰ ਯੋਜਕ ਕਿਹਾ ਜਾਂਦਾ ਹੈ। ਜਿਵੇਂ ਦੇਖੋ ਦੋਵੇਂ ਤਾਂ ਕੋਈ ਯੋਜਕ ਨਹੀਂ ਹੈ, ਆੜੇ ਨੂੰ ਲਾਵਾਂ ਤੱਤੇ ਲਾਵਾਂ ਤੇ ਕੀ ਹੈ, ਇੱਕ ਯੋਜਕ ਜਿਹੜਾ ਮੋਹਨ ਤੇ ਕਰਮ ਨੂੰ ਜੋੜ ਰਿਹਾ ਹੈ। ਆਪਸ਼ਨ ਬੀ ਸੀ ਇਜ਼ ਅ ਰਾਈਟ ਆਂਸਰ। ਨੈਕਸਟ ਹੈ, ਕਹਿੰਦੇ ਪਰਮਿੰਦਰ ਤੇ ਸੁਖਵਿੰਦਰ ਨੂੰ ਮੈਂ ਬਹੁਤ ਲੱਭਿਆ ਪਰ ਉਹ ਵੈਰੀ ਤਾਂ ਕਿਤੇ ਨਾ ਲੱਭੇ ਅਤੇ ਨਾ ਹੀ ਉਹਨਾਂ ਫੋਨ ਕੀਤਾ। ਵਾਕ ਵਿੱਚ ਯੋਜਕ ਕਿਹੜੇ ਕਿਹੜੇ ਨੇ। ਦੇਖੋ ਪਹਿਲਾਂ ਪਰਮਿੰਦਰ ਤੇ ਸੁਖਵਿੰਦਰ ਨੂੰ ਜੋੜਿਆ ਅਤੇ ਨੇ। ਠੀਕ ਹੈ, ਕਹਿੰਦੇ ਪਰਮਿੰਦਰ ਤੇ ਸੁਖਵਿੰਦਰ ਮੈਨੂੰ ਮੈਂ ਬਹੁਤ ਲੱਭਿਆ, ਪਰ ਨੇ ਇੱਕ ਵਾਕ ਨੂੰ ਦੂਸਰੇ ਵਾਕ ਨਾਲ ਜੋੜਿਆ, ਪਰ ਉਹ ਵੈਰੀ ਤਾਂ ਕਿਤੇ ਨਾ ਲੱਭੇ ਅਤੇ ਨੈਕਸਟ ਫੇਰ ਜੋੜਿਆ ਅਤੇ ਨਾ ਹੀ ਉਹਨਾਂ ਫੋਨ ਕੀਤਾ। ਕਹਿਣ ਦਾ ਭਾਵ ਅਤੇ ਹੋ ਗਿਆ, ਪਰ ਹੋ ਗਿਆ ਤੇ ਅਤੇ ਹੋ ਗਿਆ। ਹੁਣ ਤੁਸੀਂ ਦੇਖ ਲਓ ਕਿੱਥੇ ਹੈ ਅਤੇ, ਪਰ ਤੇ ਅਤੇ। ਆਪਸ਼ਨ ਡੀ ਇਜ਼ ਅ ਰਾਈਟ ਆਂਸਰ। ਨੂੰ ਕੀ ਹੈ, ਨੂੰ ਹੈ ਜੀ ਸਾਡਾ ਸੰਬੰਧਕ। ਨੈਕਸਟ ਹੈ, ਕਹਿੰਦੇ ਸਮਾਨ ਯੋਜਕ ਕਿੰਨੇ ਤਰੀਕੇ ਦੇ ਹੁੰਦੇ ਹਨ। ਮੈਂ ਤੁਹਾਨੂੰ ਦੱਸਿਆ ਸਮਾਨ ਯੋਜਕ ਕਿੰਨੇ ਤਰੀਕੇ ਦੇ ਹੁੰਦੇ ਨੇ। ਸਮਾਨ ਯੋਜਕ ਹੁੰਦੇ ਨੇ ਜੀ 4 ਤਰੀਕੇ ਦੇ ਤੇ ਅਧੀਨ ਯੋਜਕ 7। ਆਪਸ਼ਨ ਸੀ ਇਜ਼ ਅ ਰਾਈਟ ਆਂਸਰ। ਨੈਕਸਟ ਹੈ ਯੋਜਕ ਚੁਣਨੇ ਨੇ ਜੀ ਆਪਾਂ। ਦੇਖੋ ਯੋਜਕ ਅਗਰ ਦੇਖਿਆ ਜਾਵੇ, ਹੁਣ ਆਪਾਂ ਗੱਲ ਕਰੀਏ ਪਹਿਲਾਂ ਦੇਖਦੇ ਹਾਂ ਲਾਸਟ ਵਾਲਾ। ਦੇਖੋ ਉਹਨਾਂ ਨੂੰ ਕੋਈ ਯੋਜਕ ਨਹੀਂ ਹੁੰਦਾ, ਉਹ ਪੜਨਾਂਵ ਹੁੰਦਾ। ਦਾ, ਦੀ ਇਹ ਕੀ ਨੇ, ਸੰਬੰਧਕ ਨੇ। ਸੋ ਯੋਜਕ ਕਿਹੜੇ ਨੇ, ਤੇ ਅਤੇ ਪਰ, ਕਿਉਂਕਿ, ਜਿਹੜਾ, ਇਸ, ਇਹ ਸਾਡੇ ਕੀ ਨੇ ਯੋਜਕ। ਹੁਣ ਸਮਾਨ ਯੋਜਕ ਚੁਣੋ ਜੋ ਸਮਾਨਤਾ ਦਾ ਭਾਵ ਦੱਸਣ। ਹੁਣ ਸਮਾਨ ਯੋਜਕ ਦੇਖਿਆ ਜਾਵੇ ਤਾਂ ਕਿਹੜਾ ਹੈ ਜੀ, ਕਹਿੰਦੇ ਜਿਵੇਂ, ਜਦੋਂ, ਵਿੱਚ, ਨਹੀਂ, ਇਹ ਕੋਈ ਯੋਜਕ ਨਹੀਂ ਹੈ। ਨਹੀਂ ਇਜ਼ ਨਾਟ ਅ ਯੋਜਕ। ਨੈਕਸਟ ਹੈ, ਕਹਿੰਦੇ ਜਿਹੜਾ, ਜੋ, ਬਾਹਰ, ਇਹ ਵੀ ਸਾਡਾ ਯੋਜਕ ਨਹੀਂ ਹੈ, ਤੁਹਾਡਾ ਇਸ ਯੋਜਕ ਨਹੀਂ ਹੈ। ਇਸ ਲਈ, ਤਾਂ ਹੀ, ਇਸ ਲਈ ਇਸਨੇ ਇਹ ਕੰਮ ਨਹੀਂ ਕੀਤਾ, ਇਹ ਸਮਾਨ ਯੋਜਕ ਨਹੀਂ ਹੈ। ਅਤੇ ਠੀਕ ਹੈ, ਅਤੇ ਸਗੋਂ, ਭਾਵੇਂ, ਪਰ, ਇਹ ਕੀ ਨੇ ਸਾਡੇ ਸਮਾਨ ਯੋਜਕ ਹਨ। ਆਪਸ਼ਨ ਸੀ ਡੀ ਇਜ਼ ਅ ਰਾਈਟ ਆਂਸਰ। ਨੈਕਸਟ ਹੈ ਜੀ ਸਾਡਾ, ਕਹਿੰਦੇ ਅਧੀਨ ਯੋਜਕ ਚੁਣੋ। ਅਧੀਨ ਯੋਜਕ ਕੀ ਕਰਦੇ ਨੇ, ਅਧੀਨ ਯੋਜਕ ਇੱਕ ਦੂਸਰੇ ਦੀ, ਇੱਕ ਅਧੀਨ ਉਪਵਾਕ ਹੁੰਦਾ ਹੈ ਤੇ ਦੂਸਰਾ ਸਾਡਾ ਪ੍ਰਧਾਨ ਉਪਵਾਕ। ਕਹਿੰਦੇ ਕਿਹੜਾ ਜੀ, ਇਹਦੇ ਚੋਂ ਨਹੀਂ, ਪਰ, ਸਗੋਂ ਨਹੀਂ ਹੈ। ਕਿ, ਕਿਉਂਕਿ, ਤਾਂ, ਜੋ, ਭਾਵੇਂ, ਫਿਰ ਵੀ, ਜਾਂ ਤੇ ਤਾਂ, ਇਹ ਕੀ ਨੇ। ਆਪਸ਼ਨ ਡੀ ਇਜ਼ ਅ ਰਾਈਟ ਆਂਸਰ। ਇਹ ਸਾਡੇ ਅਧੀਨ ਯੋਜਕ ਹਨ। ਆਪਸ਼ਨ ਡੀ ਇਜ਼ ਅ ਰਾਈਟ ਆਂਸਰ। ਨੈਕਸਟ ਹੈ, ਕਹਿੰਦੇ ਮੈਂ ਸਮਝਦੀ ਹਾਂ ਕਿ ਤੁਸੀਂ ਠੀਕ ਹੋ। ਇਹਦੇ ਵਿੱਚ ਯੋਜਕ ਦੱਸੋ ਕਿਹੜਾ। ਕਹਿੰਦੇ ਮੈਂ ਸਮਝਦੀ ਹਾਂ ਕਿ ਤੁਸੀਂ ਠੀਕ ਹੋ। ਕੇ ਵਰਡ ਨੇ ਦੋ ਸ਼ਬਦਾਂ ਨੂੰ ਜੋੜਿਆ ਹੋਇਆ ਹੈ। ਆਪਸ਼ਨ ਡੀ ਇਜ਼ ਅ ਰਾਈਟ ਆਂਸਰ। ਕੱਕੇ ਨੂੰ ਲਾਵਾਂ ਕੇ ਨੇ ਦੋ ਸ਼ਬਦਾਂ ਨੂੰ ਜੋੜਿਆ ਹੋਇਆ ਹੈ। ਨੈਕਸਟ ਹੈ, ਕਹਿੰਦੇ ਸ਼ੀਤਲ ਅਤੇ ਬਲਕਾਰ ਖੇਡ ਰਹੇ ਹਨ। ਇਹਨਾਂ ਦੇ ਵਿੱਚ ਯੋਜਕ ਕੀ ਹੈ, ਦੋ ਸ਼ਬਦਾਂ ਨੂੰ ਜੋੜਿਆ ਹੋਇਆ ਹੈ, ਸ਼ੀਤਲ ਅਤੇ ਬਲਕਾਰ ਨੂੰ ਅਤੇ ਨੇ। ਸੋ ਆਪਸ਼ਨ ਬੀ ਇਜ਼ ਅ ਰਾਈਟ ਆਂਸਰ। ਅਤੇ ਕੀ ਹੈ, ਅਤੇ ਸਾਡਾ ਇੱਕ ਯੋਜਕ ਹੈ। ਨੈਕਸਟ ਹੈ, ਕਹਿੰਦੇ ਹੇਠ ਲਿਖੇ ਵਾਕਾਂ ਵਿੱਚੋਂ ਸਮਾਨ ਯੋਜਕ ਕਿਹੜਾ ਹੈ। ਸਮਾਨ ਯੋਜਕ ਜਿਹੜੀ ਸਮਾਨਤਾ ਦੱਸੇ। ਪਹਿਲਾ ਕਹਿੰਦੇ ਉਹ ਕਮਜ਼ੋਰ ਹੈ ਪਰੰਤੂ ਡਰਾਕਲ ਨਹੀਂ, ਇਹੀ ਤਾਂ ਸਮਾਨ ਯੋਜਕ ਹੈ। ਇੱਕ ਹੀ ਬੰਦੇ ਦੀ ਸਮਾਨਤਾ ਦੀ ਗੱਲ ਕੀਤੀ ਹੈ, ਕਹਿੰਦੇ ਉਹ ਕਮਜ਼ੋਰ ਹੈ ਪਰ ਡਰਾਕਲ ਨਹੀਂ ਹੈ। ਆਪਸ਼ਨ ਏ ਇਜ਼ ਅ ਰਾਈਟ ਆਂਸਰ। ਨੈਕਸਟ ਹੈ, ਮੈਨੂੰ ਵਾਕਾਂ ਵਿੱਚ ਅਧੀਨ ਯੋਜਕ ਬਾਰੇ ਦੱਸਣਾ ਹੈ। ਅਧੀਨ ਯੋਜਕ ਕਿਹੜਾ, ਕਹਿੰਦੇ ਮੈਨੂੰ ਕਿਤਾਬਾਂ ਤੇ ਕਾਪੀਆਂ ਚਾਹੀਦੀਆਂ, ਇਹ ਸਮਾਨ ਯੋਜਕ ਹੈ, ਅਧੀਨ ਤਾਂ ਨਹੀਂ ਹੈ। ਕਹਿੰਦੇ ਇਹ ਉਹ ਆਦਮੀ ਹੈ ਜਿਸਨੇ ਚੋਰ ਨੂੰ ਫੜਾਇਆ ਸੀ, ਕਹਿੰਦੇ ਇਹ ਉਹ ਆਦਮੀ ਹੈ ਜਿਸਨੇ ਚੋਰ ਨੂੰ ਫੜਾਇਆ ਸੀ। ਨੈਕਸਟ ਹੈ, ਕਹਿੰਦੇ ਮਹਿਮਾਨ ਆਏ ਤੇ ਖਾਣਾ ਖਾ ਕੇ ਚਲੇ ਗਏ, ਤਾਂ ਸਿੰਪਲ ਸੈਂਟੈਂਸ ਹੈ। ਉਹ ਗਰੀਬ ਹੈ ਪਰ ਬੇਈਮਾਨ ਨਹੀਂ ਹੈ। ਠੀਕ ਹੈ, ਉਹ ਕੀ ਹੈ, ਗਰੀਬ ਹੈ ਪਰ ਬੇਈਮਾਨ ਨਹੀਂ ਹੈ। ਸੋ ਆਪਸ਼ਨ ਡੀ ਇਜ਼ ਅ ਰਾਈਟ ਆਂਸਰ। ਠੀਕ ਹੈ, ਇਹ ਅਧੀਨ ਹੈ ਕਿਸੇ ਦੇ ਵਾਕ ਦੇ। ਸੋ ਨੈਕਸਟ ਹੈ, ਕਹਿੰਦੇ ਅਮਰੀਕ ਕਵੀ ਨਹੀਂ ਸਗੋਂ ਚੰਗਾ ਇਨਸਾਨ ਹੀ ਹੈ। ਵਾਕ ਵਿੱਚ ਸਮਾਨ ਯੋਜਕ ਕਿਹੜਾ ਹੈ। ਦੇਖੋ ਕਹਿੰਦੇ ਜੋ ਅਮਰੀਕ ਹੈ ਉਹ ਕਵੀ ਨਹੀਂ ਸਗੋਂ ਚੰਗਾ ਇਨਸਾਨ ਵੀ ਹੈ। ਇਹ ਕੀ ਹੈ, ਸਮੁੱਚੀ ਸਮਾਨ ਯੋਜਕ ਹੈ, ਦੋਨਾਂ ਦੀ ਸਮਾਨਤਾ ਦੱਸੀ ਹੋਈ ਹੈ। ਆਪਸ਼ਨ ਏ ਇਜ਼ ਅ ਰਾਈਟ ਆਂਸਰ।
ਨੈਕਸਟ ਹੈ ਕਹਿੰਦੇ ਪਾਣੀ ਤੂੰ ਭਰ ਜਾਂ ਅਮਰਜੀਤ ਭਰੇ, ਕਿਹੜਾ ਸਮਾਨਯੋਜਕ ਹੈ? ਇਹਦੇ ਚ ਕੀ ਹੋ ਰਹੀ ਹੈ, ਥੋੜੀ ਨਿਖੇਧੀ ਹੋ ਰਹੀ ਹੈ। ਠੀਕ ਹੈ, ਕਾਰਜ ਤਾਂ ਦੱਸਿਆ ਨਹੀਂ ਹੋਇਆ, ਨਾ ਹੀ ਸਮੁੱਚੀ ਦੱਸਿਆ ਹੋਇਆ, ਵਿਕਲਪ ਸੌਰੀ ਨਿਖੇਧੀ ਨਹੀਂ, ਵਿਰੋਧਤਾ ਨਹੀਂ, ਵਿਕਲਪ ਹੋ ਰਿਹਾ ਹੈ। ਠੀਕ ਹੈ, ਭਾਵੇਂ ਤੂੰ ਕਰ ਤੇ ਭਾਵੇਂ ਉਹ ਕਰੇ। ਆਪਸ਼ਨ ਬੀ ਇਜ਼ ਅ ਰਾਈਟ ਆਂਸਰ। ਨੈਕਸਟ ਹੈ ਕਹਿੰਦੇ ਸੋਨੂ ਤੇ ਚਮਨ ਦੋਵੇਂ ਦੋਸਤ ਹਨ, ਵਿੱਚ ਯੋਜਕ ਕਿਹੜਾ ਹੈ? ਸੋਨੂ ਚਮਨ ਨੂੰ ਕਿਸ ਵਰਡ ਨੇ ਜੋੜਿਆ ਹੋਇਆ? ਅਤੇ ਨੇ, ਦੋ ਸ਼ਬਦਾਂ ਨੂੰ ਜੋੜਿਆ ਹੋਇਆ ਅਤੇ ਨੇ। ਸੋ ਆਪਸ਼ਨ ਬੀ ਇਜ਼ ਅ ਰਾਈਟ ਆਂਸਰ। ਨੈਕਸਟ ਹੈ ਕਹਿੰਦੇ ਹਰਪਾਲ ਕੇਵਲ ਅਮੀਰ ਨਹੀਂ ਸਗੋਂ ਮਿਹਨਤੀ ਵੀ ਹੈ। ਸੋ ਇਹਦੇ ਵਿੱਚ ਤੁਸੀਂ ਦੇਖਣਾ ਹੈ ਕਿ ਯੋਜਕ ਕਿਹੜਾ ਹੈ? ਸਗੋਂ। ਆਪਸ਼ਨ ਡੀ ਇਜ਼ ਅ ਰਾਈਟ ਆਂਸਰ। ਸਗੋਂ, ਦੇਖੋ ਸਗੋਂ ਨੇ ਦੋ ਵਾਕਾਂ ਨੂੰ ਜੋੜਿਆ ਹੋਇਆ ਹੈ, ਇਹ ਕੀ ਹੈ ਸਾਡਾ ਮਾਨਯੋਜਕ। ਸੋ ਇਸ ਦੇ ਨਾਲ ਹੀ ਸਾਡੇ ਜਿੰਨੇ ਪ੍ਰੀਵੀਅਸ ਈਅਰ ਕੁਐਸਚਨਸ ਆਏ ਹੋਏ ਨੇ ਉਹਨਾਂ ਨੂੰ ਡਿਸਕਸ ਕੀਤਾ ਤੇ ਪੂਰੇ ਯੋਜਕ ਨੂੰ ਡਿਸਕਸ ਕੀਤਾ। ਹੋਪਫੁਲੀ ਤੁਹਾਨੂੰ ਪੂਰੇ ਤਰੀਕੇ ਦੇ ਨਾਲ ਸਮਝ ਆ ਗਿਆ ਹੋਵੇਗਾ। ਆਪਣੇ ਵਿਊਜ਼ ਆਪਣੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੇ ਇਸ ਤੋਂ ਇਲਾਵਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ ਸੋ ਮਚ।